FHSA खुलवा लिया या फिर अजे सोच ही रहे हो कि एक ऑप्शन RRSP ਦੀ ਵੀ ਹੈ ਤੇ TFSA ਵੀ, ਜਿਸ ਵਿੱਚ ਇਨਵੈਸਟਮੈਂਟ ਕਰਕੇ ਤੁਸੀਂ ਕੈਨੇਡਾ ਵਿੱਚ ਆਪਣਾ ਪਹਿਲਾ ਘਰ ਲੈਣ ਦਾ ਸੁਪਨਾ ਪੂਰਾ ਕਰ ਸਕਦੇ ਹੋ। ਤਿੰਨ ਤਰ੍ਹਾਂ ਦੀਆਂ ਇਨਵੈਸਟਮੈਂਟਸ ਤੇ ਤਿੰਨਾਂ ਦੇ ਅਲੱਗ-ਅਲੱਗ ਫੀਚਰਸ। ਹੁਣ ਕਨਫਿਊਜ਼ਨ ਇਸ ਗੱਲ ਦੀ ਹੋ ਹੀ ਜਾਂਦੀ ਹੈ ਕਿ ਕਿਹੜਾ ਅਕਾਊਂਟ ਖੁਲਵਾਇਆ ਜਾਵੇ ਜਿਸ ਵਿੱਚ ਕਿ ਇਨਵੈਸਟਮੈਂਟ ਕਰੀਏ ਤੇ ਜਦੋਂ ਆਪਣਾ ਪਹਿਲਾ ਘਰ ਲੈਣਾ ਹੋਵੇ ਤਾਂ ਉਸ ਰਕਮ ਨੂੰ ਇਸਤੇਮਾਲ ਕਰ ਸਕੀਏ। RRSP ਵਿੱਚ ਰਕਮ ਜਮ੍ਹਾਂ ਕਰਵਾਈ ਜਾਵੇ ਜਾਂ ਫਿਰ TFSA ਜਾਂ FHSA ਵਿੱਚ ਕਿਸੇ ਇੱਕ ਨੂੰ ਚੁਣਿਆ ਜਾਵੇ। ਆਪਣਾ ਪਹਿਲਾ ਘਰ ਖਰੀਦਣਾ ਜਿੰਨਾ ਵੱਡਾ ਡਿਸੀਜਨ ਹੈ ਉਨਾ ਹੀ ਔਖਾ ਹੈ ਉਸ ਅਕਾਊਂਟ ਜਾਂ ਉਸ ਇਨਵੈਸਟਮੈਂਟ ਨੂੰ ਚੂਜ਼ ਕਰਨਾ ਕਿ ਜਿੱਥੇ ਤੁਸੀਂ ਆਪਣੀ ਮਿਹਨਤ ਦੀ ਕਮਾਈ ਨੂੰ ਨਾ ਸਿਰਫ ਜੋੜਨਾ ਹੈ ਬਲਕਿ ਇਹ ਵੀ ਯਕੀਨੀ ਬਣਾਉਣਾ ਹੈ ਕਿ ਇਹ ਰਕਮ ਗਰੋ ਵੀ ਹੋਵੇ ਤੇ ਲੋੜ ਪੈਣ ਤੇ ਵਰਤੀ ਵੀ ਜਾ ਸਕੇ। ਹੁਣ ਤੁਹਾਡੇ ਲਈ RRSP ਸਹੀ ਰਹੇਗਾ ਜਾਂ ਫਿਰ TFSA ਤੇ ਜਾਂ ਫਿਰ FHSA। ਅੱਜ ਦੇ ਇਸ ਵੀਡੀਓ ਵਿੱਚ ਕੋਸ਼ਿਸ਼ ਕਰਦੇ ਹਾਂ ਇਸ ਕਨਫਿਊਜ਼ਨ ਨੂੰ ਦੂਰ ਕਰਨ ਦੀ। ਕੰਪੇਅਰ ਕਰਦੇ ਹਾਂ ਕਿ ਕੀ ਸਿਮਿਲੈਰਿਟੀਜ਼ ਨੇ ਇਹਨਾਂ ਤਿੰਨਾਂ ਅਕਾਊਂਟਸ ਦੇ ਵਿੱਚ ਤੇ ਕਿੱਥੇ ਇਹ ਅਕਾਊਂਟ ਇੱਕ ਦੂਸਰੇ ਤੋਂ ਵੱਖ ਨੇ। ਤੁਹਾਡੀ ਸਿਚੁਏਸ਼ਨ ਮੁਤਾਬਕ ਇਹਨਾਂ ਵਿੱਚੋਂ ਕਿਹੜਾ ਅਕਾਊਂਟ ਖੁਲਵਾਉਣਾ ਤੁਹਾਡੇ ਲਈ ਰਹੇਗਾ ਸਹੀ ਤੇ ਸ਼ੇਅਰ ਕਰਾਂਗੇ ਇਹਨਾਂ ਅਕਾਊਂਟਸ ਬਾਰੇ ਹੋਰ ਵੀ ਜਾਣਕਾਰੀ। ਤੇ ਚਲੋ ਫਿਰ ਸ਼ੁਰੂ ਕਰਦੇ ਹਾਂ ਜਾਣਕਾਰੀ ਦਾ ਇਹ ਸਿਲਸਿਲਾ। ਪਰ ਹਾਂ, ਇਸ ਤੋਂ ਪਹਿਲਾਂ ਕਿ ਜਾਣਕਾਰੀ ਦਾ ਇਹ ਸਿਲਸਿਲਾ ਸ਼ੁਰੂ ਕਰਾਂ, ਜੇਕਰ ਤੁਸੀਂ ਅਜੇ ਤੱਕ ਸਾਡਾ ਇਹ ਚੈਨਲ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਨਾਲ ਲਾਈਕ ਬਟਨ ਦਬਾ ਕੇ ਸਾਡਾ ਇਹ ਚੈਨਲ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ। RRSP ਤੇ TFSA ਤਾਂ ਪੁਰਾਣੇ ਟੂਲਸ ਨੇ। ਜੇਕਰ ਟੈਕਸ ਬਚਾਉਣਾ ਹੈ ਤੇ RRSP ਅਕਾਊਂਟ ਖੋਲ੍ਹ ਲਵੋ, ਨਹੀਂ ਤਾਂ ਫਿਰ TFSA ਵਿੱਚ ਕਰੋ ਇਨਵੈਸਟ। ਦੋ ਆਪਸ਼ਨ ਸੀ ਸਾਡੇ ਕੋਲ ਇਸ ਸਾਲ 1 ਅਪ੍ਰੈਲ ਤੋਂ ਪਹਿਲਾਂ। 1 ਅਪ੍ਰੈਲ 2023 ਨੂੰ ਇਹ ਨਵਾਂ ਸੇਵਿੰਗ ਅਕਾਊਂਟ ਸ਼ੁਰੂ ਕੀਤਾ ਗਿਆ ਜਿਸ ਨੂੰ FHSA ਯਾਨੀ ਕਿ ਫਰਸਟ ਹੋਮ ਸੇਵਿੰਗਸ ਅਕਾਊਂਟ ਕਹਿੰਦੇ ਨੇ। ਇਹ ਇੱਕ ਹਾਈਬ੍ਰਿਡ ਮਾਡਲ ਹੈ ਜਾਂ ਫਿਰ ਕਹੀਏ RRSP ਤੇ TFSA ਦਾ ਇੱਕ ਮਿਕਸਚਰ। ਟੈਕਸ ਬੈਨੀਫਿਟਸ RRSP ਵਾਲੇ ਤੇ ਟੈਕਸ ਫ੍ਰੀ ਵਿਡਰਾਅਲ TFSA ਵਾਲੇ। ਹੁਣ ਜੇਕਰ ਤੁਸੀਂ ਕੈਨੇਡਾ ਵਿੱਚ ਆਪਣਾ ਪਹਿਲਾ ਘਰ ਨਹੀਂ ਲਿਆ ਤਾਂ ਫਿਰ ਤੁਸੀਂ ਇਸ ਗੱਲ ਨੂੰ ਲੈ ਕੇ ਕਨਫਿਊਜ਼ ਹੋ ਸਕਦੇ ਹੋ ਕਿ ਇਹਨਾਂ ਵਿੱਚੋਂ ਕਿਹੜਾ ਅਕਾਊਂਟ ਖੁਲਵਾਇਆ ਜਾਵੇ, ਕਿਉਂਕਿ ਇਹ ਤਿੰਨੋਂ ਹੀ ਅਕਾਊਂਟ ਕੈਨੇਡਾ ਵਿੱਚ ਆਪਣਾ ਪਹਿਲਾ ਘਰ ਖਰੀਦਣ ਲਈ ਵਰਤੇ ਜਾ ਸਕਦੇ ਨੇ। ਪਰ ਇਹਨਾਂ ਵਿੱਚੋਂ ਕਿਹੜਾ ਅਕਾਊਂਟ ਪਹਿਲਾਂ ਖੁਲਵਾਇਆ ਜਾਵੇ ਇਹ ਸਮਝਣਾ ਬਹੁਤ ਜ਼ਰੂਰੀ ਹੈ ਤੇ ਇਸ ਨੂੰ ਸਮਝਣ ਲਈ ਇਹਨਾਂ ਤਿੰਨਾਂ ਅਕਾਊਂਟਸ ਵਿਚਲੀਆਂ ਸਮਾਨਤਾਵਾਂ ਤੇ ਇਹਨਾਂ ਦੇ ਵਿਚਕਾਰ ਦੇ ਫਰਕ ਨੂੰ ਸਮਝਣਾ ਪਵੇਗਾ। ਇਹ ਤਿੰਨੋਂ ਅਕਾਊਂਟਸ ਰਜਿਸਟਰਡ ਅਕਾਊਂਟ ਨੇ, ਯਾਨੀ ਕਿ ਇਹਨਾਂ ਤਿੰਨੋਂ ਅਕਾਊਂਟਸ ਵਿੱਚ ਟੈਕਸ ਨੂੰ ਲੈ ਕੇ ਕੋਈ ਨਾ ਕੋਈ ਛੋਟ ਤਾਂ ਜ਼ਰੂਰ ਹੋਵੇਗੀ। ਚਲੋ ਫਿਰ ਅੱਜ ਦੇ ਵੀਡੀਓ ਵਿੱਚ ਅਸੀਂ ਇਹਨਾਂ ਅਕਾਊਂਟਸ ਨੂੰ ਇੱਕ ਦੂਜੇ ਨਾਲ ਕੰਪੇਅਰ ਕਰਦੇ ਹਾਂ। ਇੱਥੇ ਗੱਲ ਮੈਂ ਜ਼ਰੂਰ ਦੱਸਣੀ ਚਾਹਾਂਗਾ ਕਿ ਇਸ ਵੀਡੀਓ ਵਿਚਲੀ ਜਾਣਕਾਰੀ ਸਿਰਫ ਇਨਫੋਰਮੇਸ਼ਨ ਸਾਂਝੀ ਕਰਨ ਲਈ ਹੈ। ਕਿਸੇ ਵੀ ਇਨਵੈਸਟਮੈਂਟ ਜਾਂ ਸੇਵਿੰਗ ਪਲਾਨ ਲਈ ਤੁਹਾਨੂੰ ਆਪਣੇ ਫਾਈਨੈਂਸ਼ੀਅਲ ਐਡਵਾਈਜ਼ਰ ਦੀ ਸਲਾਹ ਜ਼ਰੂਰ ਲੈ ਲੈਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕਿ ਤਿੰਨੋਂ ਅਕਾਊਂਟਸ ਵਿੱਚ ਕੰਟਰੀਬਿਊਸ਼ਨ ਕਰਨ ਤੇ ਇਨਕਮ ਟੈਕਸ ਦੇ ਕੀ ਪ੍ਰਭਾਵ ਪੈਂਦਾ ਹੈ। RRSP ਵਾਂਗ FHSA ਵਿੱਚ ਵੀ ਕੰਟਰੀਬਿਊਟ ਕਰਨ ਤੇ ਤੁਹਾਡੇ ਵੱਲੋਂ ਕੰਟਰੀਬਿਊਟ ਕੀਤੀ ਗਈ ਰਕਮ ਤੁਹਾਡੀ ਟੈਕਸੇਬਲ ਇਨਕਮ ਚੋਂ ਨਿਕਲ ਜਾਂਦੀ ਹੈ, ਯਾਨੀ ਕਿ ਕੰਟਰੀਬਿਊਟ ਕੀਤੀ ਗਈ ਰਕਮ ਉੱਤੇ ਤੁਹਾਨੂੰ ਇਨਕਮ ਟੈਕਸ ਦੀ ਛੋਟ ਮਿਲ ਜਾਂਦੀ ਹੈ। ਪਰ ਜਦੋਂ TFSA ਦੀ ਗੱਲ ਕਰੀਏ ਤਾਂ ਇਸ ਵਿੱਚ ਕੰਟਰੀਬਿਊਸ਼ਨ ਕਰਨ ਤੇ ਇਨਕਮ ਟੈਕਸ ਦੀ ਸਿੱਧੀ ਛੋਟ ਕੋਈ ਵੀ ਨਹੀਂ ਮਿਲਦੀ। TFSA ਵਿਚਲੀ ਕੰਟਰੀਬਿਊਸ਼ਨ ਆਫਟਰ ਟੈਕਸ ਡਾਲਰ ਯਾਨੀ ਕਿ ਆਮਦਨ ਵਿੱਚੋਂ ਟੈਕਸ ਘਟਾ ਕੇ ਬਚੀ ਹੋਈ ਆਮਦਨ ਵਿੱਚੋਂ ਕੀਤੀ ਜਾਂਦੀ ਹੈ। ਸ਼ਾਇਦ ਇਸੇ ਲਈ ਹੀ TFSA ਵਿੱਚ ਕੰਟਰੀਬਿਊਟ ਕਰਨ ਤੇ ਸਾਨੂੰ ਟੈਕਸ ਦੀ ਛੋਟ ਨਹੀਂ ਮਿਲਦੀ। ਚਲੋ ਹੁਣ ਕੰਟਰੀਬਿਊਸ਼ਨ ਕਰ ਦਿੱਤੀ, ਟੈਕਸ ਵੀ ਬਚਾ ਲਿਆ ਤੇ ਹੁਣ ਅਕਾਊਂਟ ਵਿੱਚ ਇਨਵੈਸਟਮੈਂਟ ਕੀਤੀ ਰਕਮ ਉੱਤੇ ਜਾਂ ਗਰੋਥ ਉੱਤੇ ਕੋਈ ਟੈਕਸ ਲੱਗੇਗਾ ਕਿ ਨਹੀਂ। ਇਹਨਾਂ ਤਿੰਨੋਂ ਇਨਵੈਸਟਮੈਂਟਸ ਵਿੱਚ ਜਦੋਂ ਤੱਕ ਇਹ ਰਕਮ ਅਕਾਊਂਟ ਵਿੱਚ ਹੀ ਇਨਵੈਸਟਡ ਰਹਿੰਦੀ ਹੈ, ਟੈਕਸ ਫ੍ਰੀ ਗਰੋ ਹੁੰਦੀ ਰਹਿੰਦੀ ਹੈ ਤੇ ਉਸ ਤੇ ਕੋਈ ਟੈਕਸ ਨਹੀਂ ਲੱਗਦਾ। ਇਹਨਾਂ ਇਨਵੈਸਟਮੈਂਟਸ ਦਾ ਟੈਕਸ ਫ੍ਰੀ ਗਰੋ ਹੋਣਾ ਹੀ ਇਹਨਾਂ ਦਾ ਸਭ ਤੋਂ ਵੱਡਾ ਐਡਵਾਂਟੇਜ ਹੈ। ਟੈਕਸ ਫ੍ਰੀ ਗਰੋਥ ਹੋਣ ਦਾ ਮਤਲਬ ਕੀ ਹੈ ਕਿ ਪਹਿਲੇ ਦਿਨ ਤੋਂ ਹੀ ਤੁਹਾਡੀ ਰਕਮ ਵਧਣੀ ਸ਼ੁਰੂ ਹੋ ਜਾਵੇਗੀ ਬਿਨਾਂ ਟੈਕਸ ਕੱਟੇ, ਪੂਰੀ ਦੀ ਪੂਰੀ। ਟੈਕਸ ਫ੍ਰੀ ਗਰੋਥ ਦੇ ਮਾਮਲੇ 'ਚ ਇਹ ਤਿੰਨੋਂ ਅਕਾਊਂਟਸ ਇੱਕੋ ਹੀ ਤਰੀਕੇ ਨਾਲ ਕੰਮ ਕਰਦੇ ਨੇ। ਹਾਂਜੀ, ਪਹਿਲਾਂ ਅਸੀਂ ਅਕਾਊਂਟ ਖੁਲਵਾਏ, ਫਿਰ ਰਕਮ ਜਮ੍ਹਾਂ ਕਰਵਾਈ ਤਾਂ ਹੁਣ ਟਾਈਮ ਹੈ ਇਸ ਵਿੱਚੋਂ ਰਕਮ ਕਢਵਾਉਣ ਦਾ। TFSA ਇਸ ਮਾਮਲੇ 'ਚ ਬਹੁਤ ਹੀ ਨਾਯਾਬ ਅਕਾਊਂਟ ਹੈ। ਨਾ ਜਮ੍ਹਾਂ ਕਰਵਾਉਣ ਸਮੇਂ ਕੋਈ ਟੈਕਸ, ਨਾ ਗਰੋਥ ਉੱਤੇ ਤੇ ਨਾ ਹੀ ਇਸ ਅਕਾਊਂਟ ਵਿੱਚੋਂ ਰਕਮ ਕਢਵਾਉਣ ਸਮੇਂ ਕੋਈ ਟੈਕਸ ਲੱਗਣਾ ਹੈ। ਪਰ RRSP ਤੇ FHSA ਵਿੱਚੋਂ ਰਕਮ ਕਢਵਾਉਣ ਸਮੇਂ ਟੈਕਸ ਲੱਗਣ ਦਾ ਰੂਲ ਲਾਗੂ ਹੋ ਸਕਦਾ ਹੈ। RRSP ਵਿੱਚ ਜਦੋਂ ਰਕਮ ਕਢਵਾਈ ਜਾਂਦੀ ਹੈ ਤਾਂ ਉਸ ਵਿੱਚ ਵਿਦ ਹੋਲਡਿੰਗ ਟੈਕਸ ਦੇਣਾ ਪੈ ਸਕਦਾ ਹੈ। ਪਰ ਹਾਂ, ਜੇਕਰ RRSP ਵਿੱਚੋਂ ਇਹ ਰਕਮ ਫਸਟ ਟਾਈਮ ਹੋਮ ਬਾਇਰ ਪਲਾਨ ਹੇਠਾਂ ਕਢਾਈ ਜਾਵੇ ਤਾਂ ਫਿਰ ਇਹ ਵਿਦ ਹੋਲਡਿੰਗ ਟੈਕਸ ਨਹੀਂ ਦੇਣਾ ਪੈਂਦਾ। ਤੇ ਅਗਰ ਗੱਲ ਕਰੀਏ FHSA ਦੀ ਤਾਂ ਇਸ ਅਕਾਊਂਟ ਵਿੱਚੋਂ ਰਕਮ ਕੈਨੇਡਾ ਵਿੱਚ ਅਗਰ ਪਹਿਲਾ ਘਰ ਬਣਾਉਣ ਲਈ ਕਢਵਾਈ ਜਾਵੇ ਤਾਂ ਫਿਰ ਟੈਕਸ ਨਹੀਂ ਲੱਗਦਾ। ਪਰ ਜੇਕਰ ਕੋਈ ਐਮਰਜੈਂਸੀ ਆ ਗਈ
ਜਾਂ ਫਿਰ ਕਿਸੇ ਹੋਰ ਮਕਸਦ ਲਈ ਤੁਸੀਂ ਆਪਣੇ FHSA ਅਕਾਊਂਟ ਵਿੱਚੋਂ ਰਕਮ ਕਢਵਾਉਂਦੇ ਹੋ ਤਾਂ ਫਿਰ ਤੁਹਾਨੂੰ ਇਸ ਤੇ ਟੈਕਸ ਦੇਣਾ ਪਵੇਗਾ। ਇਸ ਲਈ FHSA ਨੂੰ ਸਿਰਫ ਆਪਣਾ ਪਹਿਲਾ ਘਰ ਖਰੀਦਣ ਲਈ ਵਰਤਣ ਦੀ ਹਮੇਸ਼ਾ ਸਲਾਹ ਦਿੱਤੀ ਜਾਂਦੀ ਹੈ। ਅਗਲਾ ਕੰਪੈਰੀਜ਼ਨ ਕਰਦੇ ਹਾਂ ਇਹਨਾਂ ਤਿੰਨਾਂ ਅਕਾਊਂਟਸ ਵਿੱਚ ਕਿੰਨਾ ਕੰਟਰੀਬਿਊਟ ਕੀਤਾ ਜਾ ਸਕਦਾ ਹੈ। ਪਹਿਲਾਂ ਜੇਕਰ ਮੈਂ ਗੱਲ ਕਰਾਂ RRSP ਦੀ ਤਾਂ ਫਿਰ ਇਸ ਵਿੱਚ ਦੀ ਕੰਟਰੀਬਿਊਸ਼ਨ ਡਿਪੈਂਡ ਕਰਦੀ ਹੈ ਤੁਹਾਡੇ ਕੰਟਰੀਬਿਊਸ਼ਨ ਫਰੋਮ ਉੱਤੇ ਜਾਂ ਫਿਰ ਪਿਛਲੇ ਸਾਲ ਦੀ ਆਮਦਨ ਦਾ 18%। ਪਰ ਇਸ ਅਕਾਊਂਟ ਵਿੱਚ ਕੰਟਰੀਬਿਊਟ ਕਰਨ ਲਈ ਤੁਹਾਡਾ ਟੈਕਸ ਫਾਈਲ ਕੀਤਾ ਹੋਇਆ ਹੋਣਾ ਜ਼ਰੂਰ ਚਾਹੀਦਾ ਹੈ। TFSA 2009 ਵਿੱਚ ਸ਼ੁਰੂ ਹੋਇਆ ਸੀ ਤੇ ਇਸ ਵਿੱਚ ਹਰ ਸਾਲ ਕੰਟਰੀਬਿਊਟ ਕਰਨ ਦੀ ਇੱਕ ਲਿਮਿਟ ਤੈਅ ਕੀਤੀ ਜਾਂਦੀ ਹੈ ਤੇ ਜੇਕਰ ਤੁਸੀਂ TFSA ਖੁਲਵਾਉਣ ਲਈ ਤੁਸੀਂ ਟੈਕਸ ਫਾਈਲ ਨਹੀਂ ਵੀ ਕੀਤਾ ਤੇ ਤਦ ਵੀ ਤੁਸੀਂ TFSA ਅਕਾਊਂਟ ਖੋਲ੍ਹ ਸਕਦੇ ਹੋ। ਇਸ ਦਾ ਮਤਲਬ ਕੀ ਹੋਇਆ ਕਿ ਅਗਰ ਤੁਸੀਂ ਕੈਨੇਡਾ ਵਿੱਚ ਨਵੇਂ ਆਏ ਹੋ ਤਾਂ ਵੀ ਤੁਸੀਂ ਆਪਣਾ ਇਹ ਅਕਾਊਂਟ ਖੁਲਵਾ ਸਕਦੇ ਹੋ। ਜੇਕਰ ਸਾਲ 2009 ਤੋਂ ਲੈ ਕੇ ਤੁਸੀਂ ਹੁਣ ਤੱਕ ਕਦੇ ਵੀ ਕੰਟਰੀਬਿਊਟ ਨਹੀਂ ਕੀਤਾ ਤਾਂ ਫਿਰ ਕਿਸੇ ਵੀ ਸਾਲ 31 ਦਸੰਬਰ ਤੋਂ ਪਹਿਲਾਂ ਤੁਸੀਂ ਇਸ ਅਕਾਊਂਟ ਵਿੱਚ ਸਾਰੀ ਦੀ ਸਾਰੀ ਰਕਮ ਇਕੱਠੀ ਵੀ ਜਮ੍ਹਾਂ ਕਰਵਾ ਸਕਦੇ ਹੋ। ਤੇ ਜੇਕਰ ਹੁਣ FHSA ਦੀ ਗੱਲ ਕਰੀਏ ਤਾਂ ਇਹ ਅਕਾਊਂਟ 1 ਅਪ੍ਰੈਲ 2023 ਵਿੱਚ ਸ਼ੁਰੂ ਕੀਤਾ ਗਿਆ। ਇਸ ਵਿੱਚ ਇੱਕ ਸਾਲ ਵਿੱਚ $8,000 ਹੀ ਜਮ੍ਹਾਂ ਕੀਤਾ ਜਾ ਸਕਦਾ ਹੈ। ਪਰ ਹਾਂ, RRSP ਤੇ TFSA ਵਾਂਗ ਇਸ ਦਾ ਕੰਟਰੀਬਿਊਸ਼ਨ ਰੂਮ ਵੀ ਅਗਲੇ ਸਾਲਾਂ ਵਿੱਚ ਐਡ ਕੀਤਾ ਜਾਂਦਾ ਹੈ। ਪਰ ਜਿਵੇਂ ਕਿ ਮੈਂ TFSA ਵਿੱਚ ਜ਼ਿਕਰ ਕੀਤਾ ਸੀ ਕਿ ਇਸ ਅਕਾਊਂਟ ਵਿੱਚ ਪਿਛਲੇ ਸਾਰੇ ਸਾਲਾਂ ਦਾ ਅਨਯੂਜ਼ਡ ਕੰਟਰੀਬਿਊਸ਼ਨ ਰੂਮ ਇਕੱਠਾ ਯੂਜ਼ ਹੋ ਸਕਦਾ ਹੈ, ਲੇਕਿਨ FHSA ਵਿੱਚ ਅਜਿਹਾ ਨਹੀਂ ਹੋ ਸਕਦਾ। FHSA ਵਿੱਚ ਇਹ ਅਨਯੂਜ਼ਡ ਕੰਟਰੀਬਿਊਸ਼ਨ ਰੂਮ ਸਿਰਫ 1 ਸਾਲ ਦੀ ਕੰਟਰੀਬਿਊਸ਼ਨ ਤੱਕ ਹੀ ਅੱਗੇ ਲੈ ਕੇ ਜਾਇਆ ਜਾ ਸਕਦਾ ਹੈ। ਆਸਾਨ ਸ਼ਬਦਾਂ 'ਚ ਕਹਾਂ ਕਿ ਕਿਸੇ ਇੱਕ ਸਾਲ ਤੁਸੀਂ ਆਪਣੀ FHSA ਵਿੱਚ $16,000 ਤੋਂ ਵੱਧ ਰਕਮ ਜਮ੍ਹਾਂ ਨਹੀਂ ਕਰਵਾ ਸਕਦੇ। ਇਸ ਨੂੰ ਮੈਂ ਇੱਕ ਐਗਜ਼ਾਮਪਲ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ। ਮੰਨ ਲਓ ਤੁਸੀਂ ਇਸ ਸਾਲ FHSA ਖੁਲਵਾ ਲਿਆ ਪਰ ਇਸ ਅਕਾਊਂਟ ਵਿੱਚ ਇਸ ਸਾਲ ਕੋਈ ਕੰਟਰੀਬਿਊਸ਼ਨ ਨਹੀਂ ਕੀਤੀ। ਹੁਣ ਤੁਸੀਂ ਅਗਲੇ ਸਾਲ ਇਸ ਅਕਾਊਂਟ ਵਿੱਚ ਇਕੱਠੇ $16,000 ਜਮ੍ਹਾਂ ਕਰਵਾ ਸਕਦੇ ਹੋ। ਪਰ ਜੇਕਰ ਤੁਸੀਂ ਸੋਚਦੇ ਹੋ ਕਿ ਦੂਸਰੇ ਸਾਲ ਵਿੱਚ ਹਟ ਕੇ ਤੀਸਰੇ ਸਾਲ ਇਕੱਠੇ $24,000 ਜਮ੍ਹਾਂ ਕਰਵਾ ਦਈਏ, ਇਹ ਸੋਚ ਕੇ ਕਿ ਪਿਛਲੇ ਸਾਲਾਂ ਦਾ ਕੰਟਰੀਬਿਊਸ਼ਨ ਰੂਮ ਜੁੜ ਗਿਆ ਹੋਣਾ ਹੈ, ਪਰ ਅਜਿਹਾ ਨਹੀਂ ਹੁੰਦਾ। ਤੁਸੀਂ ਇਹ ਕੰਟਰੀਬਿਊਸ਼ਨ ਰੂਮ ਸਿਰਫ 2 ਸਾਲਾਂ ਤੱਕ ਹੀ ਜੋੜ ਸਕਦੇ ਹੋ, ਯਾਨੀ ਕਿ ਵੱਧ ਤੋਂ ਵੱਧ ਕੰਟਰੀਬਿਊਸ਼ਨ $16,000 ਦੀ ਹੀ ਹੋ ਸਕਦੀ ਹੈ। ਇਹਨਾਂ ਤਿੰਨਾਂ ਇਨਵੈਸਟਮੈਂਟਸ ਵਿੱਚੋਂ ਫਰਕ ਦੇਖਣਾ ਹੋਵੇ ਤਾਂ ਅਗਲਾ ਕ੍ਰਾਈਟੇਰੀਆ ਹੋ ਸਕਦਾ ਹੈ ਇਸ ਅਕਾਊਂਟ ਵਿੱਚੋਂ ਕਢਵਾਈ ਹੋਈ ਰਕਮ ਦਾ ਵਾਪਸ ਅਕਾਊਂਟ ਵਿੱਚ ਮੋੜਨਾ। ਜੇਕਰ FHSA ਤੇ TFSA ਦੀ ਗੱਲ ਕਰੀਏ ਤਾਂ ਇਸ ਵਿੱਚੋਂ ਕਢਵਾਈ ਗਈ ਰਕਮ ਨੂੰ ਦੁਬਾਰਾ ਅਕਾਊਂਟ ਵਿੱਚ ਜਮ੍ਹਾਂ ਕਰਵਾਉਣ ਦੀ ਲੋੜ ਨਹੀਂ ਹੈ। ਤੁਸੀਂ ਅਕਾਊਂਟ ਖੁਲਵਾਇਆ, ਰਕਮ ਜਮ੍ਹਾਂ ਕਰਵਾਈ ਤੇ ਲੋੜ ਪੈਣ ਤੇ ਕਢਵਾ ਲਈ, ਤੁਹਾਡੀ ਰਕਮ ਤੁਸੀਂ ਵਰਤ ਲਈ। ਇੱਥੇ FHSA ਦੀ ਇਹ ਬੰਦਿਸ਼ ਜ਼ਰੂਰ ਯਾਦ ਕਰਵਾ ਦੇਵਾਂ ਕਿ ਇਸ ਵਿੱਚੋਂ ਕਢਵਾਈ ਗਈ ਰਕਮ ਨੂੰ ਕੇਵਲ ਕੈਨੇਡਾ ਵਿੱਚ ਆਪਣਾ ਪਹਿਲਾ ਘਰ ਖਰੀਦਣ ਲਈ ਹੀ ਵਰਤਿਆ ਜਾਣਾ ਚਾਹੀਦਾ ਹੈ, ਨਹੀਂ ਤਾਂ ਫਿਰ ਇਸ ਕਢਵਾਈ ਗਈ ਰਕਮ ਉੱਤੇ ਟੈਕਸ ਦੇਣਾ ਪਵੇਗਾ। ਪਰ ਹਾਂ, ਅਕਾਊਂਟ ਵਿੱਚ ਦੁਬਾਰਾ ਜਮ੍ਹਾਂ ਕਰਵਾਉਣ ਦੀ ਲੋੜ ਨਹੀਂ ਹੈ। ਹੁਣ ਜੇਕਰ RRSP ਦੀ ਗੱਲ ਕਰੀਏ ਤਾਂ ਫਿਰ ਫਸਟ ਟਾਈਮ ਹੋਮ ਬਾਇਰ ਪਲਾਨ ਜਾਂ ਫਿਰ ਲਾਈਫ ਲੌਂਗ ਲਰਨਿੰਗ ਪਲਾਨ, ਇਹਦੇ ਵਿੱਚ ਕਢਵਾਈ ਗਈ ਰਕਮ ਨੂੰ ਵਾਪਸ RRSP ਅਕਾਊਂਟ ਵਿੱਚ ਜਮ੍ਹਾਂ ਕਰਵਾਉਣਾ ਪੈਂਦਾ ਹੈ ਤੇ ਜੇਕਰ ਅਜਿਹਾ ਨਹੀਂ ਕਰਦੇ ਤਾਂ ਫਿਰ ਉਸ ਕਢਵਾਈ ਗਈ ਰਕਮ ਉੱਤੇ ਸਾਨੂੰ ਟੈਕਸ ਦੇਣਾ ਪਵੇਗਾ। ਇਹਨਾਂ ਅਕਾਊਂਟਸ ਨੂੰ ਕੰਪੇਅਰ ਕਰਨ ਲਈ ਅਗਲਾ ਪੁਆਇੰਟ ਹੋ ਸਕਦਾ ਹੈ ਕਿ ਇਹ ਤਿੰਨੋਂ ਅਕਾਊਂਟਸ ਕਿੰਨੀ ਦੇਰ ਤੱਕ ਖੁੱਲ੍ਹੇ ਰੱਖੇ ਜਾ ਸਕਦੇ ਨੇ, ਯਾਨੀ ਕਿ ਕੋਈ ਤਾਂ ਅਜਿਹਾ ਸਮਾਂ ਆਵੇਗਾ ਜਦੋਂ ਇਹਨਾਂ ਅਕਾਊਂਟਸ ਨੂੰ ਲਾਜ਼ਮੀ ਬੰਦ ਕਰਨਾ ਹੀ ਪਵੇਗਾ। ਪਹਿਲਾਂ ਗੱਲ ਕਰੀਏ RRSP ਦੀ। RRSP ਨੂੰ 71 ਸਾਲ ਦੀ ਉਮਰ ਤੱਕ ਹੀ ਖੁੱਲ੍ਹਾ ਰੱਖਿਆ ਜਾ ਸਕਦਾ ਹੈ। 71 ਸਾਲ ਦੀ ਉਮਰ ਪੂਰੀ ਕਰਨ ਤੇ RRSP ਨੂੰ ਲਾਜ਼ਮੀ ਹੀ RIF ਯਾਨੀ ਕਿ ਰਜਿਸਟਰਡ ਰਿਟਾਇਰਮੈਂਟ ਇਨਕਮ ਫੰਡ ਵਿੱਚ ਕਨਵਰਟ ਕਰਨਾ ਪਵੇਗਾ ਤੇ ਇਸ ਲਈ ਇਸ ਵਿੱਚੋਂ ਇੱਕ ਮਿਨੀਮਮ ਵਿਡਰਾਅਲ ਕਰਵਾਉਣੀ ਪਵੇਗੀ। ਤੇ FHSA ਦੀ ਗੱਲ ਕਰੀਏ ਤਾਂ ਜਿਸ ਸਾਲ ਤੁਸੀਂ ਅਕਾਊਂਟ ਖੁਲਵਾ ਲਿਆ ਤਾਂ ਉਸ ਤੋਂ 15 ਸਾਲਾਂ ਵਿਚਕਾਰ ਤੁਹਾਨੂੰ ਕੈਨੇਡਾ ਵਿੱਚ ਆਪਣਾ ਪਹਿਲਾ ਘਰ ਖਰੀਦਣਾ ਹੀ ਪਵੇਗਾ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਫਿਰ 15 ਸਾਲਾਂ ਬਾਅਦ ਇਹ ਅਕਾਊਂਟ ਬੰਦ ਹੋ ਜਾਏਗਾ ਤੇ ਇਸ ਪਿਛਲੀ ਰਕਮ ਨੂੰ ਲਾਜ਼ਮੀ ਹੀ RRSP ਜਾਂ RIF ਯਾਨੀ ਕਿ ਰਜਿਸਟਰਡ ਰਿਟਾਇਰਮੈਂਟ ਇਨਕਮ ਫੰਡ ਵਿੱਚ ਟ੍ਰਾਂਸਫਰ ਕਰਨਾ ਪਵੇਗਾ। ਇਸ ਅਕਾਊਂਟ ਨੂੰ 15 ਸਾਲ ਜਾਂ ਫਿਰ 71 ਸਾਲ ਦੀ ਉਮਰ ਜੋ ਵੀ ਪਹਿਲਾਂ ਆਵੇ ਤੱਕ ਹੀ ਖੁੱਲ੍ਹਾ ਰੱਖਿਆ ਜਾ ਸਕਦਾ ਹੈ। ਤਾਂ ਹੁਣ ਅਗਰ TFSA ਦੀ ਗੱਲ ਕਰੀਏ, ਇਸ ਵਿੱਚ ਅਜਿਹੀ ਕੋਈ ਬੰਦਿਸ਼ ਨਹੀਂ। TFSA ਨੂੰ ਕਿਸੇ ਵੀ ਉਮਰ ਤੱਕ ਖੁੱਲ੍ਹਾ ਰੱਖਿਆ ਜਾ ਸਕਦਾ ਹੈ। ਪਰ ਸ਼ਾਇਦ ਇਸੇ ਲਈ ਹੀ TFSA ਫਾਈਨੈਂਸ਼ੀਅਲ ਪਲੈਨਰਸ ਦਾ ਇੱਕ ਮਨਪਸੰਦੀਦਾ ਰਿਟਾਇਰਮੈਂਟ ਟੂਲ ਹੈ। ਇੱਕ ਹੋਰ ਪੁਆਇੰਟ ਜਿੱਥੇ ਇਹਨਾਂ ਤਿੰਨਾਂ ਅਕਾਊਂਟਸ ਨੂੰ ਕੰਪੇਅਰ ਕੀਤਾ ਜਾ ਸਕਦਾ ਹੈ, ਇਹਨਾਂ ਅਕਾਊਂਟਸ ਵਿੱਚੋਂ ਰਕਮ ਕੰਟਰੀਬਿਊਸ਼ਨ ਕਰਨ ਤੋਂ ਕਿੰਨੀ ਦੇਰ ਬਾਅਦ ਕਢਵਾਈ ਜਾ ਸਕਦੀ ਹੈ। ਜੇਕਰ RRSP ਦੀ ਗੱਲ ਕਰੀਏ ਤਾਂ ਫਸਟ ਟਾਈਮ ਹੋਮ ਬਾਇਰ ਪਲਾਨ ਹੇਠਾਂ ਜਮ੍ਹਾਂ ਕਰਵਾਈ ਗਈ ਰਕਮ ਜਮ੍ਹਾਂ ਕਰਵਾਉਣ ਤੋਂ 90ਵੇਂ ਦਿਨ ਹੀ ਕਢਵਾਈ ਜਾ ਸਕਦੀ ਹੈ।
ਪਰ FHSA ਤੇ TFSA ਵਿੱਚ ਅਜਿਹੀ ਰਕਮ ਦੀ ਕੋਈ ਲਿਮਿਟ ਨਹੀਂ ਹੈ ਕਿ ਤੁਸੀਂ ਇਹਨੂੰ ਕਦੋਂ ਕਢਵਾਇਆ ਜਾ ਸਕਦਾ, ਜਦੋਂ ਮਰਜ਼ੀ ਇਸ ਨੂੰ ਕਢਵਾਇਆ ਜਾ ਸਕਦਾ ਹੈ। ਇਹਨਾਂ ਕੁਝ ਪੁਆਇੰਟਸ ਨਾਲ ਤੁਸੀਂ ਸਮਝ ਗਏ ਹੋਵੋਗੇ ਕਿ ਇਹ ਤਿੰਨੋਂ ਅਕਾਊਂਟਸ ਕਿਵੇਂ ਕੰਮ ਕਰਦੇ ਨੇ ਤੇ ਇਹਨਾਂ ਅਕਾਊਂਟਸ ਵਿੱਚ ਕੀ ਡਿਫਰੈਂਸਿਸ ਤੇ ਕੀ ਸਿਮਿਲੈਰਿਟੀਜ਼ ਹੈ। ਪਰ ਇਹਨਾਂ ਤਿੰਨਾਂ ਦੇ ਵਿੱਚੋਂ ਕਿਸ ਦੀ ਚੋਣ ਕਰਨੀ ਹੈ ਇਹ ਡਿਪੈਂਡ ਕਰੇਗਾ ਤੁਹਾਡੀ ਰਿਕੁਆਇਰਮੈਂਟ ਤੇ। ਜੇਕਰ ਘਰ ਲੈਣ ਦਾ ਸੁਪਨਾ ਵੇਖ ਰਹੇ ਹੋ ਪਰ ਅਜੇ ਆਮਦਨ ਘੱਟ ਹੈ ਤਾਂ ਫਿਰ TFSA ਨਾਲ ਸ਼ੁਰੂਆਤ ਕੀਤੀ ਜਾ ਸਕਦੀ ਹੈ। ਤੇ ਜੇਕਰ ਇਨਵੈਸਟ ਕਰਨ ਦੇ ਨਾਲ ਟੈਕਸ ਬਚਾਉਣ ਦਾ ਵੀ ਸੋਚ ਰਹੇ ਹੋ ਤਾਂ ਫਿਰ RRSP ਤੇ FHSA ਸਹੀ ਚੁਆਇਸ ਹੋ ਸਕਦੇ ਨੇ। ਪਰ ਬਿਹਤਰ ਇਹੀ ਰਹੇਗਾ ਕਿ ਕੋਈ ਵੀ ਇਨਵੈਸਟਮੈਂਟ ਕਰਨ ਤੋਂ ਪਹਿਲਾਂ ਆਪਣੇ ਫਾਈਨੈਂਸ਼ੀਅਲ ਐਡਵਾਈਜ਼ਰ ਦੀ ਸਲਾਹ ਜ਼ਰੂਰ ਲੈ ਲਵੋ। ਇੱਕ ਗੱਲ ਦਾ ਜ਼ਿਕਰ ਮੈਂ ਹੋਰ ਕਰ ਦਵਾਂ ਕਿ RRSP ਤੇ FHSA ਦੋਵਾਂ ਅਕਾਊਂਟ ਵਿੱਚ ਇੱਕੋ ਸਮੇਂ ਕੰਟਰੀਬਿਊਟ ਕੀਤਾ ਜਾ ਸਕਦਾ ਹੈ, ਇੱਕੋ ਸਮੇਂ ਤੇ ਰਕਮ ਕਢਵਾਈ ਵੀ ਜਾ ਸਕਦੀ ਹੈ। ਯਾਨੀ ਕਿ ਤੁਸੀਂ ਆਪਣਾ ਪਹਿਲਾ ਘਰ ਖਰੀਦਣ ਲਈ ਇਹਨਾਂ ਦੋਨੋਂ ਅਕਾਊਂਟ ਵਿੱਚੋਂ ਰਕਮ ਕਢਵਾਉਣੀ ਹੈ ਤਾਂ ਫਿਰ RRSP ਵਿੱਚੋਂ $35,000 ਤੇ FHSA ਵਿੱਚੋਂ $40,000 ਇਕੱਠੇ ਕਢਵਾਏ ਜਾ ਸਕਦੇ ਨੇ। ਤੇ ਜੇਕਰ ਤੁਸੀਂ ਐਜ਼ ਅ ਕਪਲ ਇਹ ਇਨਵੈਸਟਮੈਂਟ ਕਰ ਰਹੇ ਹੋ ਤੇ ਇਸ ਰਕਮ ਨੂੰ ਕਢਵਾਉਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ $1.5 ਲੱਖ ਤੱਕ ਆਪਣਾ ਪਹਿਲਾ ਘਰ ਲੈਣ ਲਈ ਰਕਮ ਕਢਵਾ ਸਕਦੇ ਹੋ। ਉਮੀਦ ਹੈ ਅੱਜ ਦੇ ਇਸ ਵੀਡੀਓ ਵਿਚਲੀ ਜਾਣਕਾਰੀ ਨਾਲ ਤੁਹਾਨੂੰ ਤਿੰਨੋਂ ਅਕਾਊਂਟਸ ਵਿਚਲੇ ਡਿਫਰੈਂਸਿਸ ਤੇ ਸਿਮਿਲੈਰਿਟੀਜ਼ ਦਾ ਪਤਾ ਲੱਗ ਗਿਆ ਹੋਵੇਗਾ ਤੇ ਹੁਣ ਤੁਸੀਂ ਆਪਣੀ ਲੋੜ ਮੁਤਾਬਕ ਇਹਨਾਂ ਵਿੱਚੋਂ ਆਪਣਾ ਅਕਾਊਂਟ ਖੁਲਵਾ ਸਕਦੇ ਹੋ। ਤੇ ਜੇਕਰ ਅੱਜ ਦੇ ਇਸ ਵੀਡੀਓ ਵਿਚਲੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਫਿਰ ਜੇਕਰ ਤੁਸੀਂ ਅਜੇ ਤੱਕ ਸਾਡਾ ਇਹ ਚੈਨਲ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਨਾਲ ਸਾਡਾ ਇਹ ਚੈਨਲ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ, ਨਹੀਂ ਤਾਂ ਫਿਰ ਯੂ ਵਿਲ ਮਿਸ ਸਿੰਘ ਦੇ ਫੰਡੇ।